Audio Jungle. Audio Jungle. ਸਾਰਿਆਂ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਹਾਂ ਰਾਜਵੀਰ ਸਿੰਘ ਹੋਰਾ, ਤੁਸੀਂ ਵੇਖ ਰਹੇ ਹੋ ਤੇੜੀ ਬਾਤ ਨਿਊਜ਼। ਜੋ ਵੀ ਕਾਰਵਾਈ बाबा जी वाहिगुरु जी का खालसा वाहिगुरु जी की फतेह। आज बाबा जी खालसा पैनल वालों सारे साथी आए ने चुनाव प्रक्रिया पारदर्शी तरीके नाल होए। चूँकि सन आप जीते अपने तो ज़्यादा विश्वास है कि बाबा जी ने जो चुनाव अधिकारी बने ने वो बिल्कुल साफ सुथरे तरीके नाल चुनाव हो गए। कुछ क्यूरियां सी, कुछ मंच संदेश सी जिहदा ज्ञापन देन आप जी ना आए हैं। एक तो जो चुनाव अधिकारियों की जो नियुक्ति है उस मामले च कुछ कन्फ्यूजन क्रिएट हो रहा है कि कुछ कोई पैनल का फाउंडर है, कोई किसी प्रकार की मतलब अलग अलग FIR टाइप की चल रही है। तो साने उम्मीद है कि बाबा जी आप जी अगे जो असी आप जी मांग पत्र दे रहे हैं ये आप विचार करो। इनिया बेनतियां करन आए हैं, ये सारे मांग पत्र आप जी असी दे रहे। वाहिगुरु जी का खालसा वाहिगुरु। ਭਾਵੇਂ ਆਪ ਅਕਾਲ ਤਖਤ ਸਾਹਿਬ ਤੋਂ ਉਹਨਾਂ ਦੀ ਰਾਏ ਲਿੱਤੀ ਜਾਵੇ ਕਿ ਵੀ ਕੀ ਹੈ ਇਸ ਤਰ੍ਹਾਂ ਦਾ ਮਤਲਬ ਜੋ ਵੀ ਆਬਜੈਕਸ਼ਨ ਆਏ ਹੈਗੇ ਵੀ ਉਹਨਾਂ ਨੇ ਆਪ ਨੂੰ ਕਿਹਾ ਜੋ ਲਿਖ ਕੇ ਦਿੱਤਾ ਕਿ ਇਹ ਲੋਕ ਅਸੀਂ ਅਪਾਇੰਟ ਕਰ ਰਹੇ ਹਾਂ ਤੇ ਆਪ ਉਹਨਾਂ ਨੂੰ ਸਾਡੀ ਇਹ ਰਿਕੁਐਸਟ ਭੇਜੋ ਕਿ ਇਹ ਖਾਲਸਾ ਪੈਨਲ ਵੱਲੋਂ ਇਸ ਚੀਜ਼ ਦਾ ਵਿਰੋਧ ਕੀਤਾ ਗਿਆ ਔਰ ਆਪ ਜੀ ਇਹਦੇ ਉੱਤੇ ਸਾਨੂੰ ਨਿਰਣੇ ਦਿਓ। एक मिनट अरे बाबा जी तुझे जनरल मीटिंग बुला लो तो एडॉक कमेटी बना दो क्योंकि ए कमेटी भी रहेगी तो भी काम करेंगे। तो एडॉक कमेटी बना के अपना चुनाव अधिकारी बन के अपना काम करो। ਲਿਖੋ चुनाव की प्रक्रिया तो यही होता है ना। ਠੀਕ ਹੈ ਨਿਊਟਰਲ ਬੰਦੇ ਹੀ ਚੁਣਾव ਕਰਾ ਪਾएंगे। पदाधिकारी ने सब मेंबर रहे, पदाधिकारी कोई नहीं रहे, कमेटी बना के खुद भी काफी फाइल किया। एडॉक कमेटी बना दो तुझे। इलेक्शन के बाद नवी कमेटी आई जाएगी, वो अपना कार्य करना। एक मिनट वकील साहब मेरे को आ गया। राजू भैया दो नाम बता रहे हैं। अभी जैसे दो नाम जो फॉर्म जमा होए ना ਉਹਦੇ ਦੋ ਨਾਂ ਸਾਡੀ ਤਰਫੋਂ ਖਾਲਸਾ ਪੈਨਲ ਦੀ ਤਰਫੋਂ ਇਹਦੇ 'ਚ ਲਿਖੇ ਹੋਏ ਨੇ ਤੇ ਅਸੀਂ ਚਾਹ ਰਹੇ ਹਾਂ ਉਹਨਾਂ ਦੀ ਨਿਯੁਕਤੀ ਆਪ ਜੀ ਕਰ ਦਿਓ। वो जो कल आप जी ने आख्या सी ना ਫਾਰਮ ਦੂਜਾ ਜਿਹੜਾ ਹੁਣ ਜਿਕਨ ਇਹ ਸਾਨੂੰ ਸਮਝਣ ਵਾਸਤੇ ਆਇਆ ਹੈ ਕਿ ਜਿਕਨ ਇਹ ਨਿਯੁਕਤੀ ਕਰ ਕੋਲ ਹੈ किस चीज की ਜਿਹੜੇ ਹੁਣ ਜਿਕਨ ਕੱਲ ਦੋ ਚੁਣਾਵ ਅਧਿਕਾਰੀ ਬਣੇ ਨੇ ਤੇ ਨਿਯੁਕਤੀ ਕਿੱਥੋਂ ਉਹਨਾਂ ਦੀ ਨਿਯੁਕਤੀ ਦੀ ਗੱਲ ਇਸ ਤਰ੍ਹਾਂ ਸੀ ਜਿੱਦਾਂ ਸਾਨੂੰ ਜ਼ਰੂਰਤ ਮਹਿਸੂਸ ਹੋਈ ਕਿ ਕੰਮ ਮਤਲਬ ਵੀ ਟਾਈਮ ਘੱਟ ਹੈ ਤੇ ਕੰਮ ਜ਼ਿਆਦਾ ਹੈ ਤੇ ਉਹਦੇ ਕਰਕੇ ਉਹ ਨਿਯੁਕਤੀ ਵਾਲੀ ਗੱਲ ਤੇ ਜਿਹੜੀ ਡਿਮਾਂਡ ਹੈਗੀ ਹੈ ਉਹ ਮੈਂ ਹੀ ਕੀਤੀ ਹੈਗੀ ਅਕਾਲ ਤਖਤ ਤੋਂ ਤੇ ਉਹਨਾਂ ਤੋਂ ਪੁੱਛ ਕਿਉਂ ਕੀਤੀ ਹੈ ਔਰ ਮੈਂ ਇੱਕ ਗੱਲ ਕਲੀਅਰ ਕਰ ਲਿਆ ना तो जो ना आए ना ਜਿਕਨ ਮਾਚੀਜਾ ਜੀ ਦਾ ਨਾਂ ਆਇਆ ਉਹਦੇ ਵਾਸਤੇ ਘੱਟ ਤੋਂ ਘੱਟ ਸਭ ਨੂੰ ਬੁਲਾ ਕੇ ਆਪਨੇ ਮੀਟਿੰਗ ਕਰਨੀ ਚਾਹੀਦੀ ਹੈ। ਮੀਟਿੰਗ ਕਰਕੇ ਉਹਦੇ ਵਿੱਚ ਨਾਮ ਡਿਸਾਈਡ ਹੋਣੇ ਚਾਹੀਦੇ। ਤੁਸੀਂ ਤੇ ਆਪਣੀ ਜਿਹੜੇ ਮਰਜ਼ੀ ਨਾ ਭੇਜ ਦਿੱਤੇ ਨੇ ਉਹ ਗਲਤ ਚੀਜ਼ ਹੈ। ਨਹੀਂ ਉਹ ਠੀਕ ਹੈ ਗੱਲ ਤੁਹਾਡੀ ਕਹਿਣ ਦਾ, ਉਹ ਤੁਸੀਂ ਠੀਕ ਕਹਿ ਰਹੇ ਹੋ, ਲੇਕਿਨ ਜਿਸ ਤੇ ਤੁਹਾਨੂੰ ਲੋਕਾਂ ਨੂੰ ਮੈਂ ਦੇਖਿਆ ਕਿ ਕੰਟਰੋਵਰਸੀ ਤੇ ਉਹ ਹੈਗੀ ਹੈ ਤੇ ਡਾਕਟਰ ਸਾਹਿਬ ਦਾ ਤਾਂ ਵਿਡਰਾ ਹੋ ਗਿਆ जी हाँ ਕਿਸ ਤਰ੍ਹਾਂ ਉਹਨਾਂ ਦੇ ਨਾਂ ਤੇ ਉਹਨਾਂ ਦੇ ਖੁਦ ਵੀ ਅਸਮਰਥ ਆਪਣੀ ਸਿਹਤ ਦੇ ਕਰਕੇ ਉਹ ਕਰ ਦਿੱਤਾ ਤੇ ਉਹ ਸਾਡੀ ਤਰਫੋਂ ਵੀ ਹੋ ਗਿਆ ਹੈਗਾ ਕਿ ਉਹਨਾਂ ਦੇ ਨਾਂ ਨਹੀਂ ਰਹੇ। ਅੱਛਾ ਇਹ ਕੀ ਹੋਰ ਕੀ ਗੱਲ ਹੈਗੀ ਅਗਲੀ ਗੱਲ ਦੱਸੋ ਕਿ ਤੁਸੀਂ ਨਾ ਅਡਾਕ ਕਮੇਟੀ ਬਣਾਓ। थोड़ा तेज ਆਪ ਕਮੇਟੀ ਵਾਲੀ ਜਿਹੜੀ ਗੱਲ ਹੈ ਆਪ ਜੀ ਦੀ ਉਹ ਆਪ ਲੋग ਲਿਖਿਤ ਦੇ ਰਹੇ ਹੋ ਹਾਂਜੀ, ਲਿਖਿਤ ਦੇ ਰਹੇ। ਤੇ ਉਹ ਤੇ ਉਸ ਤੇ ਵਿਚਾਰ ਕੀਤਾ ਜਾਏਗਾ। ਉਹਦਾ ਤੇ ਮੇਰੇ ਜਾਂ ਕਿਸੇ ਇੱਕ ਬੰਦੇ ਦਾ ਫੈਸਲਾ ਨਹੀਂ ਹੋ ਸਕਦਾ। ਨਹੀਂ ਉਹ ਉਸ ਵਾਸਤੇ ਕਹਿ ਰਹੇ ਆ ਕਿ ਇੱਕ ਮੀਟਿੰਗ ਬੁਲਾ ਲਈ ਜਾਏ ਸੰਗਤ ਦੀ ਜੀ ਹੈ ਨਾ ਤੇ ਸੰਗਤ ਵਿੱਚ ਬਹਿ ਕੇ ਇਹ ਸਾਰੀ ਗੱਲਾਂ ਹੋ ਜਾਣ। ਹੁਣ ਨਵਾਂ ਤੁਸੀਂ ਅਜੇ ਦੋ ਜਿਕਨ ਵੀਰ ਜੀ ਨੇ ਔਰ ਆਪ ਜੀ ਨੇ ਤੇ ਦੋ ਤੋਂ ਬਾਅਦ ਹੁਣ ਜਿਹਦੇ ਵੀ ਨਿਯੁਕਤੀ ਕਰਨੀ ਹੈ ਉਹ ਕਮੇਟੀ ਉਹਦੇ ਵਿੱਚੋਂ ਹੀ ਲੈ ਕੇ ਨਾ ਚੜੇ ਜਾਏ। मतलब साधारण सभा बुला ली जाए तो साधारण सभा विचों ही तय किया जाए। आप जी बुला लो साधारण सभा तो संगत आ जाएगी ताकि किसी पैनल नाल जुड़िया बंदा ना हो। सब एक दूसरे नाल जुड़े ने, कई कंट्रोवर्सियां ने, कोई बीजेपी कोई कांग्रेस वो ना होए और निष्पक्ष बंदे हो। कई बैंक ਦੇ ਰਿਟਾਇਰ ਬੰਦੇ ਨੇ ਉਹਨਾਂ ਲੈ ਸਕਦੇ ਆ। ਉਹਨਾਂ ਦੇ ਪਰਿਵਾਰ ਵਿੱਚ ਹੀ ਲੜ ਰਹੇ ਨੇ ਨਾ, ਉਹਨਾਂ ਦੇ ਪਰਿਵਾਰ ਵਿੱਚੋਂ ਹੀ ਲੜ ਰਹੇ ਨੇ, ਉਹਨਾਂ ਦਾ ਬੇਟਾ ਲੜ ਰਿਹਾ। ਹੁਣ ਕਿਵੇਂ ਉਹ ਚੁਣਾਵ ਅਧਿਕਾਰੀ ਹੋ ਸਕਦਾ? ਤੇ ਆਪ ਜੀ ਵੀ ਸਮਝਦੇ ਹੋ ਇੱਕ ਸਾਧਾਰਨ ਸਭਾ ਬੁਲਾ ਕੇ ਦੇਖੋ ਇੱਕ ਗੱਲ ਹੈਗੀ ਹੈ, ਤੁਸੀਂ ਨਾਲ ਦੀ ਨਾਲ ਮੇਰਾ ਜਵਾਬ ਸੁਣ ਲਓ।
ਇਹ ਵਾਲੀ ਜਿਹੜੀ ਗੱਲ ਸੀ ਸਿੰਘ ਸਾਹਿਬ ਦੇ ਸਾਹਮਣੇ ਵੀ ਆਈ ਸੀ, ਜਦੋਂ ਤਰਲੋਚਨ ਸਿੰਘ ਜੀ ਦਾ ਨਾਂ ਤਾਂ ਉੱਥੇ ਹੀ ਡਿਸਾਈਡ ਹੋਇਆ ਸੀ ਅਕਾਲ ਤਖਤ ਦੇ ਵਿੱਚ। ਹਾਂ, ਉੱਥੇ ਆਪ ਜੀ ਹੈਗੇ ਸੀ ਤੇ ਇਹਨਾਂ ਨੇ ਵਿਰੋਧ ਕੀਤਾ ਸੀ, ਲੇਕਿਨ ਉਸ ਤੋਂ ਬਾਅਦ ਉਸ ਤੇ ਇਹ ਗੱਲ ਕਲੀਅਰ ਹੋਈ ਸੀ ਕਿ ਜੇ ਅਗਰ ਉਹਨਾਂ ਦਾ ਬੇਟਾ ਹੁਣ ਇਲੈਕਸ਼ਨ ਨਹੀਂ ਲੜਦਾ ਜਾਂ ਕੁਝ ਨਹੀਂ ਲੜਦਾ ਹੈਗਾ ਤਾਂ ਫਿਰ ਕੋਈ ਇਤਰਾਜ਼ ਨਹੀਂ ਹੋਣਾ। ਫਾਊਂਡਰ ਮੈਂਬਰ ਨੇ ਨਾ, ਫਾਊਂਡਰ ਮੈਂਬਰ, ਕਿਉਂਕਿ ਤੁਹਾਡਾ ਜਿਹੜਾ ਇਤਰਾਜ਼ ਹੈਗਾ ਉਹ ਇਸ ਗੱਲ ਤੇ ਹੈਗਾ। ਪਰ ਉਹ ਫਾਊਂਡਰ ਮੈਂਬਰ ਵੀ ਨੇ ਨਾ, ਉਹਨਾਂ ਕੱਲ ਦਾ ਅਗਰ ਤੁਸੀਂ ਬਿਆਨ ਸੁਣੋਗੇ ਗਾਂਧੀ ਜੀ ਦਾ, ਉਹਨਾਂ ਨੇ ਉਹਨਾਂ ਨੂੰ ਨਿਯੁਕਤ ਕੀਤਾ ਕਿ ਵੀ ਸਾਡੇ ਖੰਡਾ ਪੈਨਲ ਦੇ ਵੱਲੋਂ ਫਾਊਂਡਰ ਮੈਂਬਰ ਵੀ ਨੇ ਔਰ है ना बात। बाबा जी आप जी हमें उम्मीद है आप जी का चरणा बेनती है कि आप चलो इसलिए ਅਸੀਂ ਫਿਰ ਤੋਂ ਇੱਕ ਵਾਰੀ ਮੈਂ ਗੱਲ ਕਰ ਲਾਂਗਾ, ਲੇਕਿਨ ਇਹ ਗੱਲ ਬਿਲਕੁਲ ਕਲੀਅਰ ਹੈ ਕਿ ਰਜਿੰਦਰ ਸਿੰਘ ਬਾਸੂ ਕੈਪਟਨ ਉਹ ਚੁਣਾव ਨਹੀਂ ਲੜਦਾ। ऐसा बात की गल है, ऐसी बात की गल है कि कल लड़नगे कि नहीं, आप भी अन्य कॉन्फिडेंस नाल कितन कर ਨਹੀਂ ਉਹ ਜਦ ਇਹ ਤੁਸੀਂ ਵੀ ਹੈਗੇ ਸੀ, ਤੁਸੀਂ ਵੀ ਹੈਗੇ ਸੀ, ਉਹ ਉੱਤੇ ਗੱਲ ਕਲੀਅਰ नहीं पर बाबा जी फाउंडर मेंबर तो है ही नहीं ना कहना पैंदा है जी। जब किसी पैनल ਦੇ ਫਾਊਂਡਰ ਨੇ जी। ਤੇ ਨੈਚੁਰਲੀ ਉਹਨਾਂ ਦੇ ਜਵਾਬ ਉਹਨਾਂ ਵੱਲ ਹੀ ਹੋਏਗਾ ਤੇ ਪਾਰਦਰਸ਼ਤਾ ਕਿੱਥੇ ਰਹੇਗੀ। ਬਾਬਾ ਜੀ ਉਹਦੇ ਇੱਕ ਗੱਲ ਇਹ ਵੀ ਹੈਗੀ ਕਿ ਉਹ ਅਜੇ ਛੱਡ ਕੇ ਨਹੀਂ ਆਏ ਉਹਨਾਂ ਦੀ ਕਮੇਟੀ ਨੂੰ, ਉਹ ਅਜੇ ਕਮੇਟੀ ਦੇ ਨਾਲ ਹੀ ਨੇ ਔਰ ਉਹ ਆਪ ਜੀ ਦੇ ਨਾਲ ਵੀ ਨੇ, ਤਾਂ ਮਤਲਬ ਚੁਣਾਵ ਆਯੋਗ ਇੱਕ ਨਿਸ਼ਪਕਸ਼ ਸੰਸਥਾ ਹੁੰਦੀ ਮੇਰੇ ਹਿਸਾਬ ਨਾਲ, ਤੇ ਉਹਦਾ ਇਹ ਨਹੀਂ ਹੋਣਾ ਚਾਹੀਦਾ ਕੱਲ ਤੋਂ ਬੋਲੇ ਇਹਨਾਂ ਤਾਂ ਬੰਦੇ ਤੇ ਇਹ ਖੰਡਾ ਪੈਨਲ ਦੇ ਬੰਦੇ ਨਾਲ ਬੈਠੇ ਨੇ ਤੇ ਇਹ ਵੀ ਖੰਡਾ ਪੈਨਲ ਦੇ ਆਪ ਜੀ ਦੇ ਉੱਤੇ ਕੋਈ ਇਲਜ਼ਾਮ ਨਾ ਲੱਗੇ। ਇਸ ਵਾਸਤੇ ਅਸੀਂ ਦੇ ਰਹੇ ਹਾਂ ਕਿ ਭਈਆ ਇਹ ਇਹਨਾਂ ਦੇ ਬਈ ਅਸੀਂ ਖਾਲਸਾ ਪੈਨਲ ਤੋਂ ਆਏ ਹਾਂ, ਅਸੀਂ ਖਾਲਸਾ ਪੈਨਲ ਤਾਂ ਅਸੀਂ ਤੁਹਾਡੇ ਨਾਲ ਨਹੀਂ ਖਲੋ ਰਹੇ ਨਾ, ਅਸੀਂ ਬਾਹਰ ਅਸੀਂ ਚੁਣਾਵ ਲੜ ਰਹੇ ਹਾਂ, ਲੇਕਿਨ ਅਸੀਂ ਤੁਹਾਡੇ ਨਾਲ ਹੀ ਖਲੋ ਜਾਈਏ ਕਿ ਅਸੀਂ ਵੀ ਚੁਣਾਵ ਅਧਿਕਾਰੀ ਤਾਂ ਫਿਰ ਦੂਜੀ ਪਾਰਟੀ ਨੂੰ ਸੰਜय ਹੋता। जस्ट सिर्फ फार्मल है कि भैया जो नेचर प्राकृतिक सिद्धांत होता है, भाई मैं अगर चुनाव लड़ रहा है या मेरा बच्चा लड़ रहा है तो मैं इस कुर्सी तो नहीं बैठ सकता ना। मैं मतलब बहुत नर्मता से बेनती कर रहे हैं, तो आप जी ने बेनती यही है कि भाई जो चीज़ इलीगलिटी हो रही है वो दोनों असी सिर्फ साढ़े ज्ञान भी दे रहे हैं। एक चीज और है कि हाथ जोड़ के विनती है कि जितने भी साढ़े चुनावकारी बनन घट तो घट अमृतधारी हो। जब चुनाव लड़न वाला अमृतधारी हो सकता है, लड़न वाले है कि अमृतधारी होना चाहिए, तो चुनाव अधिकारी भी सारे अमृतधारी होना चाहिए, उन्हें पतित नहीं होना चाहिए। तो मेरे साड़ी हाथ जोड़ के विनती ਤੁਸੀਂ 4-5 ਬੰਦੇ ਚੁਣਨੇ ਨੇ, 5 ਬੰਦੇ ਤੁਸੀਂ ਅੰਮ੍ਰਿਤਧਾਰੀ ਚੁਣ ਲਓ ਤੇ ਤੁਹਾਡਾ ਚੁਣਾਵ ਸਾਰਾ ਨਿਸ਼ਚਿਤ ਹੋ ਜਾਏਗਾ। ਠੀਕ ਹੈ, ਤੁਸੀਂ ਇਸ ਗੱਲ ਦੀ ਨਾ ਸਾਰੀ ਲਿਖਿਤ ਤੌਰ ਤੇ ਇੱਕ ਨਾ ਅਕਾਲ ਤਖਤ ਨੂੰ ਵੀ ਭੇਜ ਦਿਓ। ਮੇਲ ਕਰ ਰਹੇ ਹਾਂ ਮੇਲ ਕਰਵਾ। वाहिगुरू जी का खालसा ਵਾਹਿਗੁਰੂ ਜੀ ਕੀ ਫਤਿਹ। एक बेनती करनी चाहिए। ਜਿਸ ਤਰ੍ਹਾਂ ਕਿ ਸਾਰੀ ਸੰਗਤ ਜਾਂ ਦੂਜੀ ਪੈਨਲ ਜਿਨ੍ਹਾਂ ਦੇ ਨਾਲ ਥੋੜਾ ਜਿਹਾ ਇਹ ਲੱਗ ਰਿਹਾ ਕਿ ਪੱਖਪਾਤ ਦੀ ਕਾਰਵਾਈ ਹੋ ਸਕਦੀ, ਸਿੱਧਾ ਜਿਹੜੇ ਵੀ ਆ ਕੇ ਕਹਿ ਰਹੇ ਨੇ ਜਾਂ ਮੈਂ ਵੀ ਨਾਲ ਵਾਸੂ ਜੀ ਹੋਣ ਭਾਵੇਂ ਡਾਕਟਰ ਸਾਹਿਬ ਹੋਣ, ਇਸ ਤੋਂ ਲੱਗਦਾ ਕਿ ਚੁਣਾਵ ਨਿਸ਼ਪਕਸ਼ ਨਹੀਂ ਹੋ ਸਕਦੇ। ਤੇ ਸਾਡੀ ਬੇਨਤੀ ਹੱਥ ਜੋੜ ਕੇ ਆਪ ਵੀ ਤੇ ਪੂਰਾ ਵਿਸ਼ਵਾਸ ਹੈ, ਨਾਰੰਗ ਸਾਹਿਬ ਵੀ ਬਹੁਤ ਸੁਲਝੋਏ ਬੰਦੇ ਨੇ ਸਮਾਜ ਦੇ, ਤੇ ਜਿਹੜੇ ਅੱਗੇ ਨਿਯੁਕਤੀ ਹੋਵੇ ਤੇ ਤੁਸੀਂ ਇੱਕ ਸਾਧਾਰਨ ਸਭਾ ਬੁਲਾ ਕੇ ਐਡਾਪਟ ਕਮੇਟੀ ਅਗਰ ਬਣ ਜਾਏ ਤੇ ਉਸ ਵਿੱਚੋਂ ਹੀ ਬੰਦਿਆਂ ਦਾ ਚੋਣ ਹੋ ਜਾਏ। ਜਿਸ ਤਰ੍ਹਾਂ ਕਿ ਉਹਨੇ ਭਾਈ ਸਾਹਿਬ ਨੇ ਕਿਹਾ ਕਿ ਅੰਮ੍ਰਿਤਧਾਰੀ ਅਗਰ ਚੁਣਾਵ ਲੜਨ ਵਾਲਾ ਬੰਦਾ ਹੋਵੇ ਤੇ ਚੁਣਾਵ ਅਧਿਕਾਰੀ ਵੀ ਅੰਮ੍ਰਿਤਧਾਰੀ ਹੋਣੇ ਚਾਹੀਦੇ ਨੇ, ਤੇ ਇਹਦੇ 'ਚ ਵੀ ਕੋਈ ਬੁਰਾਈ ਨਹੀਂ। ਇਸ ਤੁਸੀਂ ਅਗਰ ਬੁਲਾ ਲਓਗੇ ਐਡਾਪਟ ਕਮੇਟੀ ਤੇ ਸਾਡੀ ਮੰਗ ਵੀ ਪੂਰੀ ਹੋ ਜਾਏਗੀ। ਵੈਸੇ ਵੀ ਉਹਨੂੰ ਸਾਨੂੰ ਪੂਰਾ ਵਿਸ਼ਵਾਸ ਹੈ ਆਪ ਜੀ ਤੇ, ਪਰ ਇਹ ਸਾਡੀ ਗੱਲ ਅਗਰ ਤੁਸੀਂ ਸਿਰੇ ਚਾੜ ਦੋਗੇ ਤੇ ਕਿਰਪਾ ਹੋ ਜਾਏਗੀ ਸਾਡੀ। ਤੇ ਸਾਡਾ ਮਨ ਵੀ ਇਹ ਰਹੇਗਾ ਕਿ ਹਾਂ ਨਿਸ਼ਪਕਸ਼ ਚੁਣਾਵ ਹੋ ਰਹੇ ਨੇ, ਇਹ ਕਿਰਪਾ ਆਪ ਜੀ ਨਹੀਂ ਕਰਨੀ। ਨਿਸ਼ਪਕਸ਼ ਚੁਣਾਵ ਕਰਾਉਣਾ ਔਰ ਸਾਰੇ ਜ਼ਿਆਦਾ ਤੋਂ ਜ਼ਿਆਦਾ ਬੰਦੇ ਨੂੰ ਵੋਟ ਪਾਉਣਾ, ਜੀ ਹਾਂ। ਇਹ ਸਾਡੀ ਪ੍ਰਾਇੋਰਟੀ ਹੋਵੇ। ਹਾਂਜੀ ਪਰ ਬਾਬਾ ਜੀ ਸਾਧਾਰਨ ਸਭਾ ਦੀ ਸਾਡੀ ਮੰਗ ਹੈ ਉਹ ਜ਼ਰੂਰ ਬੁਲਾਓ। ਸੰਗਤ ਇੱਕ ਵਾਰੀ ਵੀ ਇਸ ਪ੍ਰਕਿਰਿਆ ਵਿੱਚ ਸੰਗਤ ਨੂੰ ਨਹੀਂ ਬੁਲਾਓ। ਪਹਿਲੇ ਮੈਂ ਆਪਣੇ ਆਪ ਨੂੰ ਇਹ ਤੇ ਤਿਆਰ ਕਰ ਸਕਾਂ ਕਿ ਮੈਨੂੰ ਰਾਈਟ ਹੈ ਸਾਧਾਰਨ ਸਭਾ। ਹਾਂਜੀ ਆਪ ਜੀ ਨੂੰ ਆਪ ਚੁਣਾਓ। ਮੈਨੂੰ ਚੁਣਾਵ ਕਰਾਉਣ ਦਾ ਅਧਿਕਾਰ ਹੈ, ਨਾ ਕਿ ਮੈਂ ਸਾਧਾਰਨ ਸਭਾ ਬੁਲਾ ਸਕਦਾ ਕਿ ਨਹੀਂ ਬੁਲਾ ਸਕਦਾ। ਬਾਬਾ ਜੀ, ਇਸ ਤੇ ਵੀ ਵਿਚਾਰ ਕਮੇਟੀ ਬਣਾ ਲਓ ਜੀ, ਇੱਕ ਕਮੇਟੀ ਵਿੱਚ ਤੁਹਾਡੇ ਪਾਵਰ ਆ ਜਾਣਗੇ। ਇੱਕ ਬੇਨਤੀ ਬਾਬਾ ਜੀ, ਮੈਨੂੰ ਅਕਾਲ ਤਖਤ ਤੋਂ ਅਡਾਪਟ ਕਮੇਟੀ ਬਣਾਉਣ ਦਾ ਕੋਈ ਅਧਿਕਾਰ ਨਹੀਂ ਹੈ। ਬਾਬਾ ਜੀ ਇੱਕ ਬੇਨਤੀ ਹੈ, ਜਿਹੜਾ ਡਾਇਰੈਕਸ਼ਨ ਦੇ ਮੁਤਾਬਕ ਇਹ ਤੇ ਆਪ ਲੈ ਸਕਦੇ ਹੋ ਨਾ। ਜਿਹੜਾ ਬਾਬਾ ਜੀ ਚੁਣਾਵ ਅਧਿਕਾਰੀ ਜੋ ਹੁੰਦਾ ਹੈ, ਇਹ ਪ੍ਰਕਿਰਿਆ ਹੀ ਹੈਗੀ ਕਿ ਉਹ ਆਪ ਜੀ ਨੂੰ ਪੂਰਾ ਅਧਿਕਾਰ ਹੈ ਕਿ ਉਹ ਪੂਰੀ ਸਾਧਾਰਨ ਸਭਾ ਬੁਲਾ ਕੇ ਉਹਦੇ ਜਾਣਕਾਰੀ ਦੇ ਕਰਕੇ ਐਡਾਪਟ ਕਮੇਟੀ ਬਣਾ ਸਕਦੇ। ਆਪ ਜੀ ਦੇ ਪਾਵਰ ਹੀ ਸਾਰਾ ਕੁਝ। ਅਗਰ ਆਪਾਂ ਬਿਲਕੁਲ ਲੀਗਲ ਤਰੀਕੇ ਦੇ ਨਾਲ ਚੱਲਣਾ ਚਾਹੁੰਦੇ ਹਾਂ ਹਾਂਜੀ, ਤੇ ਫਿਰ ਆਪਣੀ ਜਿਹੜੀ ਇੱਕ ਅਕਾਲ ਤਖਤ ਸੰਸਥਾ ਹੈਗੀ ਹੈ, ਤੇ ਮੇਰਾ ਇਹ ਮੈਂ ਜਿੱਥੇ ਤੱਕ ਸਟੱਡੀ ਕਰ ਲਈ ਹੈ, ਫਿਰ ਉਹ ਚੀਜ਼ਾਂ ਬਹੁਤ ਸਾਰੀਆਂ ਉਹਨਾਂ ਦੇ ਕਹੇ ਤੇ ਲਾਗੂ ਨਹੀਂ ਹੋ ਰਹੀਆਂ ਜੀ। ਫਿਰ ਬਾਇਲਾਂਸ ਦੇ ਹਿਸਾਬ ਨਾਲ ਤੇ ਕਰਾਂਗੇ ਨਾ ਚੁਣਾਵ ਜੀ ਬਾਇਲਾਂਸ ਦੇ ਹਿਸਾਬ ਨਾਲ। ਨਹੀਂ ਬਾਈਲਾਜ਼ ਦੇ ਤੇ ਤੁਹਾਡਾ ਦੇਖ ਲਿਆ, ਅਸੀਂ ਸਾਰੀ ਸਟੱਡੀ ਕਰ ਲਈ ਹੈ, ਉਹ 44 ਦਾ ਹੈ, ਕੋਈ ਅਮੈਂਡਮੈਂਟ ਨਹੀਂ ਹੈ ਉਹਦੇ ਵਿੱਚ। ਅਮੈਂਡਮੈਂਟ ਨਹੀਂ ਹੈ, ਪਰ ਬਾਇਲਾਂਸ ਤੇ ਹੈਗਾ ਨਾ ਉਹ ਹੈਗਾ, ਲੇਕਿਨ ਜੀ ਉਹਦੇ ਵਿੱਚ ਜਦ ਤੁਸੀਂ ਅਮੈਂਡਮੈਂਟ ਹੀ ਨਹੀਂ ਟਾਈਮ ਟੂ ਟਾਈਮ ਕਰ ਰਿਹਾ ਗੁਰੂ ਸਿੰਘ ਸਭਾ की भी गलती है।
ਇਹ ਤੇ ਫਿਰ ਉਹ ਪਿਛੋਕੜ ਚਲੇ ਗਏ 44 ਤੋਂ ਹੈਗਾ 44 ਤੋਂ ਸਮਾਜ ਹੈਗਾ ਪਹਿਲੇ 44 ਦਾ ਹੋਇਆ ਜਾਂ 1920 ਦਾ ਹੋਇਆ ਜਾਂ ਪਹਿਲਾਂ ਚੱਲਣਾ ਤਾਂ ਉਹਦਾ ਪੈਣਾ ਨਾ ਅਗਰ ਅਮੈਂਡਮੈਂਟ ਨਹੀਂ ਹੋਇਆ ਤੇ ਹੁਣ ਆਪਾਂ ਅਮੈਂਡਮੈਂਟ ਤਾਂ ਕਰਨੀ ਤੁਸੀਂ ਆਖ ਰਹੇ ਹੋ ਕਿ ਮੇਡਾ ਕਮੇਟੀ ਤੇ ਮੈਨੂੰ ਪਾਵਰ ਨਹੀਂ ਹੈਗੇ ਤੇ ਨਾ ਹੀ ਅਮੈਂਡਮੈਂਟ ਕਰਨੇ ਤੇ ਪਾਵਰ ਨੇ ਤੇ ਜੋ ਨਿਯਮ ਬਣੇ हुए ना अपन ने तो उसका नियम करना है बस अमेंडमेंट करना तो साधारण सभा नहीं बाबा जी लेकिन जो नियम है वो तो पालन करना तो अपना नियम अपना कानून है ना जो ਤੁਸੀਂ ਕਿਹਾ 1944 ਤੋਂ ਅਮੈਂਡਮੈਂਟ ਨਹੀਂ ਹੋਇਆ ਤੇ ਅੱਜ ਵੀ ਇਸ ਤਰ੍ਹਾਂ ਹੀ ਚੱਲੇਗਾ ਤੇ ਅੱਗੇ ਵੀ ਕੋਈ ਅਮੈਂਡਮੈਂਟ ਹੋਏਗਾ ਨਹੀਂ ਇਹ ਤਾਂ ਸੰਗਤ ਦਾ ਹੱਕ ਹੈਗਾ ਹੀ ਇਸ ਗੱਲ ਦਾ ਬਾਬਾ ਜੀ ਸਾਡਾ ਬੇਨਤੀ ਹੈ ਇਹ ਗੱਲ ਤੁਹਾਡੇ ਤੇ ਵੀ ਲਾਗੂ ਹੁੰਦੀ ਹੈਗੀ ਹੈ ਬਿਲਕੁਲ ਬਿਲਕੁਲ ਸਾਰਿਆਂ ਤੇ ਲਾਗੂ ਹੁੰਦੀ ਹੈ ਤੁਸੀਂ ਤਦ ਤੱਕ ਕਿੱਥੇ ਸੀ ਅੱਜ ਇਲੈਕਸ਼ਨ ਦਾ ਟਾਈਮ ਅਗਰ ਆ ਗਿਆ ਤੇ ਅੱਜ ਇਹ ਗੱਲਾਂ ਆ ਰਹੀਆਂ ਸਾਹਮਣੇ ਇਸ ਤੋਂ ਪਹਿਲੇ ਵੀ ਜਿਹੜੇ ਇਲੈਕਸ਼ਨ ਹੋਏ ਹੈਗੇ ਨਾ ਉਹ ਲੀਗਲ ਪ੍ਰੋਸੀਡਿੰਗ ਨਾਲ ਤਾਂ ਹੋਏ ਨਹੀਂ ਬਾਬਾ ਲੀਗਲ ਪ੍ਰੋਸੀਡਿੰਗ ਨਾਲ ਹੀ ਹੋਏ ਨੇ 2011 ਦੇ ਚੁਣਾव ਵੀ ਹੋਏ ਨੇ 2011 ਤੋਂ ਖੰਡਾ ਪੈਨਲ आई आज 12 साल तो है वो लेकिन बाबा जी मेरी बेनती है कि जो कानून है भारत की जो आईपीसी है उन्हें अमेंडमेंट कर रहे हैं लेकिन अमेंडमेंट हो गए जब आई जब तक यही मानना पैना ना अब देख लो ਤੁਹਾਡੇ सामने मैंने अकाल तख्त ਤੋਂ फोन आ गया कोई गल नहीं कोई गल कर लो फिर ठीक है मैं वैसे गल तो ਤੁਹਾਡੀ सुन ही ਲਈ है जी जी ਤੇ ਠੀਕ ਹੈ उसका सारा विचार करके ਤੁਸੀਂ ਸਾਨੂੰ टाइम ਦਿਓ ਤੇ ਫਿਰ ਮੈਂ और बाबा जी ਬਾਬਾ ਜੀ ਗਿਆਪਨ ਅਸੀਂ ਦੇ ਰਹੇ ਹਾਂ ये ਜਿਹੜਾ चुनाव ਔਰ ਉਹਦੇ ਜੋ ਵੀ ਬੇਨਤੀ ਸਾਡੇ ਲਈ ਹੁਕਮ ਹੋ ਉਹ ਸਾਨੂੰ ਦੱਸੋ ਇਹ ਜਿਹੜੀ ਆਪਣੀ ਸੰਸਥਾ ਹੈਗੀ ਸਿੰਘ ਸਭਾ ਇਹ ਫੰਡਸ ਐਂਡ ਸੁਸਾਇਟੀ ਦੇ ਅੰਡਰ ਰਜਿਸਟਰਡ ਹੈਗੀ ਤੇ ਉਹਦੇ ਜਿਹੜੇ ਬਾਇਲਾਜ਼ ਨੇ ਉਹਦੇ ਹਿਸਾਬ ਨਾਲ ਚੱਲਣਾ ਪਏਗਾ ਜਿਹੜੀ ਆਪਣੀ ਬਾਇਲਾਜ਼ ਹੋਏ ਜਾਂ ਪ੍ਰਸ਼ਾਸਨ ਦੇ ਜਿਹੜੇ ਨਿਯਮ ਹੋਣ ਉਹਦੇ ਹਿਸਾਬ ਨਾਲ ਚੁਣਾਵ ਹੋਣਗੇ ਹਾਂ ਇਹ ਇੱਕ ਗੱਲ ਬਿਲਕੁਲ ਵਾਜਿਬ ਹੈ ਉਸ ਤੇ ਮੈਂ ਖੁਦ ਐਗਰੀ ਕਰ ਰਿਹਾ ਕਿ ਜਿਹੜਾ ਅਗਰ ਰਜਿਸਟਰਡ ਹੈਗੀ ਹੈ ਔਰ ਰਜਿਸਟਰਡ ਦੇ ਜਿਹੜੇ ਨੌਨਸ ਹੈਗੇ ਨੇ ਅਗਰ ਤੁਸੀਂ ਲੀਗਲ ਪ੍ਰੋਸੀਡਿੰਗ ਵਾਲੀ ਤਰਫ ਜਾਂਦੇ ਹੋ ਤੇ ਉਹ ਕੰਪਲਸਰੀ ਹੈ ਨਹੀਂ ਤੇ ਅਗਰ ਮੈਂ ਆਪਣੀ ਮਰਜ਼ੀ ਕਰਨਾ ਚਾਹਾਂਗਾ ਤੇ ਮੈਂ ਵੀ ਨਹੀਂ ਕਰ ਸਕਦਾ ਕਿਉਂਕਿ ਤੁਸੀਂ ਉਹ ਕਾਨੂੰਨੀ ਪ੍ਰਕਿਰਿਆ अपनाओगे बाबा जी दास ने बाबा जी एक लेटर गुरु सिंह सभा ਨੂੰ ਦਿੱਤਾ ਹੋਇਆ 8-10 दिन हो गए आप जी बोले कापी मंगा लिया है मैं आप जी ने बोले मैं मेल भी ਕੀਤੀ ਹੋਈ ਹੈ ਉਹਦੇ ਵਿੱਚ सब जानकारी ਇਹਨਾਂ ਦਿੱਤੀ ਹੈ कि भैया ਤੁਸੀਂ ਇਹ ਜੋ ਕਰ ਰਹੇ ਹੋ ਪਹਿਲੇ ਚੁਣਾਵ ਅਧਿਕਾਰੀ ਦੀ ਨਿਯੁਕਤੀ ਕਰੋ ਕਿਉਂਕਿ ਤੁਹਾਡੇ ਪਾਵਰ नहीं है चुनाव अधिकारी ही चुनाव के जो वोटर थे सारी लिस्ट फाइनल करेगा चुनाव अधिकारी साहब ही जो अपने करके उस हिसाब नाल कदम चुनाव करने ने कितने होने वही तय करेगा आप जी तय करने का पावर नहीं है वो मैं चिट्ठी ईमेल भी किया है चिट्ठी भी दी लिखित भी दी हुई है भले गुरु सिंह सभा का कार्यालय भी है आप जी बोलो तो आप जी कापी में और दे दें कौन निवेदन है ਤੁਸੀਂ ਇੱਕ ਇਸ ਗੱਲ ਦੀ ਬਿਲਕੁਲ ਚਿੱਠੀ ਕਲੀਅਰ ਕੱਟ ਕੇ ਲਿਖ ਕਰਕੇ ਦੇ ਦਿਓ ਕਿ ਚੁਣਾਵ ਜਿਹੜਾ ਹੈਗਾ ਗੁਰੂ ਸਿੰਘ ਸਭਾ ਦੇ ਅਕਾਲ ਤਖਤ ਦੇ ਕਹਿਣ ਤੇ ਅਗਰ ਕਰਾਣਾ ਹੈ ਕਿ ਤੁਸੀਂ ਬਿਲਕੁਲ ਰਜਿਸਟਰਡ ਜਿਹੜੀ ਬਾਡੀ ਹੈਗੀ ਹੈ ਜਿਹੜੀ ਬਾਈਲਾਜ਼ ਹੈਗਾ ਉਹਦੇ ਮੁਤਾਬਕ ਇਹ ਗੱਲ ਤੁਸੀਂ ਕਲੀਅਰ ਕਰਕੇ ਲਿਖ ਕੇ ਦੇ ਦਿਓ ਠੀਕ ਹੈ ਨਹੀਂ ਇਹਦੇ ਚ ਲਿਖ ਦਿੱਤਾ ਬਾਬਾ ਜੀ ਕਿ ਬਾਈਲਾਜ਼ ਦੇ ਹਿਸਾਬ ਨਾਲ ਹੀ ਹੋਣੇ ਚਾਹੀਦੇ ਨੇ ਜੋ ਇੱਥੇ ਦੇ ਨਿਯਮ ਹੈ ਅਕਾਲ ਤਖਤ ਸਾਹਿਬ ਤੇ ਵੀ ਆਪ ਜੀ ਨੂੰ ਧਿਆਨ ਹੋਵੇ ਸਿੰਘ ਸਾਹਿਬ ਨੇ ਹਮੇਸ਼ਾ ਇਹੀ ਕਿਹਾ ਹੈ कि जो भी उत्तर के विधान है विधान अनुसार ही चुनाव कराए जान क्लीयर ए किसी तो उन्होंने थोपया नहीं है कि तुम अपनी मर्जी नाल चुनाव करा दो यह चीज पॉसिबल भी नहीं है लास्ट टाइम भी एक चुनाव अधिकारी उत्ते ऑब्जेक्शन आ गया सी उत्ते सी हर मीटिंग सी उत्ते क्लियर करके ये गल नहीं हुई है कि जेडे रजिस्टर्ड बॉडी दे इलेक्शन जिदा कराए नहीं हमेशा यही बोलिया गया कि विधान अनुसार ही चुनाव कराए जान उस संस्था के जो विधान ने कंफ्यूजन हैगा तो एक बार जाके उन्हां नूं कर दिता जाएगा कि नहीं बिना विधान तो बाहर कितन जा सकने आपा एज पर नॉन्स कराए जान बिल्कुल एज पर नॉन कराए जान चुनाव जो भी आने वही होंगे रिसीविंग चाहिए रिसीव मैडम दे देंगी बाबा जी एक बेनती हो रहा बाबा जी हाथ जोड़ के बाबा जी की बेनती हो रहा है जी कि जेड़े बंदे चुनाव लड़ रहे हैं थोड़ा जिहा तुसीं ध्यान दिया जी कि वो नशे दे व्यापार ना करते होण शहर में नशा ना बेचते होण जेड़े पते जिन्हां ते पुलिस की कार्रवाई चल रही है जिन्हां ते रेप वाले केस ने इहो जे बंदे कृपा करके आप जी कृपा करोगे तो समाज का नेतृत्व ना करें क्योंकि यह समाज पता नहीं किस दिशा में चला जाएगा तो इन्नी मेरी और बेनती थी मेंबर भी ना बनाया जो भूल गए जो समय पे काम करते हैं ना रोक ला पहले अगर मेंबर नहीं बननगे तो ठीक है ना उन्होंने मेंबर बनन तो रोका जाए ना लड़न की गल तो अगे दी है सिंह साहब ने आने ही पहली गल की बोली सी जब कमरे दे विच आए सन उन्होंने आंदे ने बोलिया जो नशे दे कारोबार करते हैं जो नशा बेचते हैं उन्होंने घट तो घट
चुनाव लड़ने की पात्रता नहीं ਕਿਸੇ ਵੀ है ਪ੍ਰਕਾਰ ਦਾ ਅਪਰਾਧਿਕ ਪ੍ਰਵृत्ति ਉੱਥੇ ਵੀ ਹੋਵੇ ਬੋਲਿਆ ਕੇਸ ਸੀ। ਹੋਵੇ उनको मेंबर ही नहीं बनाया तो चुनाव लड़ने की बात ही खत्म मेंबर ही नहीं खत्म करा ना माखीजा जी ਦਾ ਨਾਮ ਹੈ ਨਾ कईयों ने पाउच के धंधे और सब कर ही रखे हैं सर ਜਿਹੜੀ ਚੁਣਾਵ ਆਚਾਰ ਸੰਹਿਤਾ ਹੈਗੀ ਹੈ ਉਹ ਉੱਤੇ ਬੈਠ ਕੇ ਡਿਸਾਈਡ ਕਰ ਲਈ ਜਾਏਗੀ ਅਕਾਲ ਤਖਤ नहीं बाबा जी हाँ बस वही ठीक है ना ਉੱਥੇ ਦਾ ਟਾਈਮ ਲੈ ਲਓ ਫਿਰ ਜਾਣਾ ਵੀ ਤੇ ਚੱਲਾਂਗੇ ਅਕਾਲ ਤਖਤ ਸਾਹਿਬ ਸਿੱਧੀ ਗੱਲ ਕਰਾਂਗੇ ਇੱਕ ਤਾਂ ਮੈਂ ਤੁਹਾਨੂੰ ਇੱਕ ਗੱਲ ਕਲੀਅਰ ਕਰ ਦਿਆਂ ਕਿ ਮੈਂ ਕਿਸੇ ਵੀ ਮਾਮਲੇ 'ਚ ਝੂਠ ਨਹੀਂ ਬੋਲਦਾ ਨਹੀਂ ਬਾਬਾ ਹਾਂ ਉਹ ਤੁਹਾਡੇ ਤੋਂ ਪੂਰਾ ਭਰੋਸਾ ਹੈ ਕੋਈ ਚੱਕਰ ਨਹੀਂ ਆਪ ਜੀ ਵੀ ਸੀ ਹੈਗੇ ਸੀ ਆਪ ਜੀ ਵੀ ਸੀ ਤੇ ਉਸ ਟਾਈਮ ਇਹ ਗੱਲ ਹੋਈ ਸੀ ਜੀ। ਕਿ ਉਠਾਈ ਗਈ ਸੀ ਕਿ ਜਿਹੜੇ ਬੰਦੇ ਇਸ ਤਰੀਕੇ ਦਾ ਉਹਨਾਂ ਨੇ ਖੁਦ ਕਿਹਾ ਸੀ ਕਿ ਜਿਹੜੇ ਬੰਦੇ ਇਸ ਤਰੀਕੇ ਦਾ ਉਹ ਕਰਦੇ ਹੈਗੇ ਵਪਾਰ ਕਰਦੇ ਨੇ ਜਾਂ ਸੇਵਨ ਕਰਦੇ ਨੇ ਉਹ ਬੰਦਾ ਮੈਂਬਰ ਨਹੀਂ ਬਣ ਸਕਦਾ ਹੈਗਾ ਪ੍ਰਧਾਨ ਸੈਕਟਰੀ ਦਾ ਨਹੀਂ ਉਹਨਾਂ ਦਾ ਮੈਂਬਰ ਹੀ ਨਹੀਂ ਬਣ ਸਕਦਾ ਮੈਂਬਰ ਅੰਮ੍ਰਿਤਧਾਰੀ ਹੋਣੇ ਚਾਹੀਦੇ ਉਹਨਾਂ ਦਾ ਸਰਟੀਫਿਕੇਟ ਉਹਨਾਂ ਦੇ ਫਾਰਮ ਦੇ ਨਾਲ ਲੱਗਿਆ ਹੋਣਾ ਚਾਹੀਦਾ ਤੇ ਉਸੇ ਟਾਈਮ ਇਹ ਗੱਲ ਆਈ ਸੀ ਕਿ ਵਪਾਰ ਵਾਲੀ ਵੀ ਨਾਲ ਕਿ ਵਪਾਰ ਵੀ ਮਾਸ ਤੇ ਸ਼ਰਾਬ ਦਾ ਵਪਾਰ ਨਾ ਕਰਦੇ ਹੋ ਲੇਕਿਨ ਜਿਸ ਟਾਈਮ ਤੁਸੀਂ ਵੀ ਹੈਗੇ ਸੀ ਰਿੰਕੂ ਨੇ ਆਪਣਾ ਉਹ ਗੱਲ ਰੱਖੀ ਸੀ ਕਿ ਸਾਡਾ ਇਸੇ ਤਰੀਕੇ ਦੀ ਗੱਲ ਹੈਗੀ ਹੈ ਲੇਕਿਨ ਮੈਂ ਜਿਹੜਾ ਹੈ ਉਹਦੇ ਵਾਸਤੇ ਐਫੀਡੇਵਿਟ ਦੇਣ ਨੂੰ ਤਿਆਰ ਆ ਕਿ ਮੈਂ ਸ਼ਰਾਬ ਦਾ ਕੋਈ ਸੇਵਨ ਨਹੀਂ ਕਰਦਾ ਹੈਗਾ ਤੇ ਉਸ ਟਾਈਮ ਫਿਰ ਸਿੰਘ ਸਾਹਿਬ ਨੇ ਤੁਹਾਡੇ ਸਾਹਮਣੇ ਉਹਨਾਂ ਨੇ ਫਿਰ ਚੁੱਪ ਉਹਨਾਂ ਨੇ ਡਿਸੀਜਨ ਨਹੀਂ ਦਿੱਤਾ ਮੈਂ ਵੀ ਤੇ ਇਹੀ ਗੱਲ ਕਹਿ ਰਿਹਾ ਸੀ ਉਹਨਾਂ ਨੇ ਡਿਸੀਜਨ ਨਹੀਂ ਕੀ ਦਿੱਤਾ ਹੁੰਦਾ ਬਾਬਾ ਜੀ ਉਹ ਵੇਚਦੇ ਨੇ ਫਿਰ ਲੋਕਾਂ ਨੂੰ ਪੀਣੀ ਪੈਂਦੀ ਹੈ ਜ਼ਬਰਦਸਤੀ ਆਪਣੀ ਸਿਟੀਜ਼ਨ ਨੂੰ ਹੁਣ ਤੋਂ ਫਰੀ ਨਹੀਂ ਉਹ ਜਿਹੜੀ ਗੱਲ ਪੀਣੇ ਪਿਲਾਉਣ ਦੀ ਨਹੀਂ ਬਾਬਾ ਜੀ ਜੋ ਸਾਡੇ ਗੁਰੂ ਮਹਾਰਾਜ ਦੀ ਮਰਿਆਦਾ ਗੁਰੂ ਮਹਾਰਾਜ ਦਿੱਤੀ ਹੋਈ ਹੈ ਭਈ ਆਪਾਂ ਉਹੀ ਕਰ ਰਹੇ ਹਾਂ ਕਿ ਭਈ ਗੁਰੂ ਮਹਾਰਾਜ ਲੈ ਕੇ ਐਸੇ ਮਟਨ ਨਹੀਂ ਖਾਣਾ ਨਸ਼ਾ ਨਹੀਂ ਕਰਨਾ ਮੀਡੀਆ ਚਲਾ ਰਹੇ ਹੈਗੇ ਬਹੁਤ ਸਾਰੀ ਗੱਲਾਂ ਹਨ ਉਹ ਮੈਂ ਤੁਹਾਡੇ ਨਾਲ ਸ਼ੇਅਰ ਨਹੀਂ ਕਰ ਸਕਦਾ ਨਹੀਂ ਅਸੀਂ ਤਾਂ ਸਾਡੇ ਚੱਲੇਗਾ ਤਾਂ ਹੀ ਸਾਡੀ ਗੱਲ ਸੰਗਤ ਚ ਜਾਏਗੀ ਜੇ ਸਾਡੀ ਗੱਲ ਨੂੰ ਕਿਤੇ ਕੌਣ ਸੁਣ ਰਿਹਾ ਜਿਹੜਾ ਬੰਦਾ ਕਰਦਾ ਉਹ ਦੱਸ ਦਿੰਦਾ ਸਾਡੀ ਗੱਲ ਨਹੀਂ ਉਹ ਮਾਧਿਅਮ ਨਾਲ ਹੀ ਸੰਗਤ ਵਿੱਚ ਜਾਣੀ ਚਾਹੀਦੀ ਹੈ ਕਿ ਸਾਡੇ ਮਨ ਦੀ ਗੱਲ ਕੀ ਹੈ ਅਸੀਂ ਕੀ ਚਾਹੁੰਦੇ ਹਾਂ ਮੀਟਿੰਗ ਸਾਡੀ ਜਨਰਲ ਹੋਈ ਨਹੀਂ ਮੈਂ ਵੀ ਗੁਰੂ ਸਿੰਘ ਸਭਾ ਮੈਂਬਰ ਹਾਂ ਕੋਈ ਵੀ ਅੱਜ ਤੱਕ ਐਕਨ ਦੀ ਮੀਟਿੰਗ ਹੋਈ ਕਿ ਅਸੀਂ ਚੁਣਾਵ ਕਰ ਕਿਹਨੂੰ ਬਣਾ ਰਹੇ ਹਾਂ ਸਾਡੇ ਮੈਂਬਰ ਬਣਾਉਣਾ ਸਭ ਤੋਂ ਸੀਨੀਅਰ ਮੈਂਬਰ ਹਾਂ ਮੈਂ ਗੁਰੂ ਸਿੰਘ ਸਭਾ ਦਾ ਲੇਕਿਨ ਅੱਜ ਤੱਕ ਸਾਨੂੰ ਇਹੋ ਜਿਹੀ ਕੋਈ ਮੀਟਿੰਗ 'ਚ ਨਹੀਂ ਬੁਲਾਇਆ ਗਿਆ ਜਿਹਦੇ ਕੋਈ ਡਿਸੀਜਨ ਦਿੱਤੇ ਜਾਂਦੇ ਹੋਣ ये ਜਿਹੜੇ ਤੁਸੀਂ ਦੋ ਨਵੇਂ ਮੈਂਬਰ ਬਣਾਏ ਨੇ ਸਪੋਰਟਿੰਗ ਵਾਸਤੇ ਜਾਂ ਇਹਨਾਂ ਦੀ ਵਰਕਿੰਗ ਪਾਰਟੀ ਦੀ ਕੋਈ ਮੀਟਿੰਗ ਵਿੱਚ ਕੋਈ ਗੱਲ ਹੋਈ ਕੋਈ ਬਾਤ ਨਹੀਂ ਜੇ ਘੱਟ ਤੋਂ ਘੱਟ ਹੁਣ ਜੇ ਹੋਰ ਵੀ ਬਣਾਣੇ ਹੋਣ ਤਾਂ ਸਾਰਿਆਂ ਨੂੰ ਬਿਠਾ ਕੇ ਗੱਲ ਘੱਟੋ ਵਰਕਿੰਗ ਤੇ ਬੈਠੇ ਨਾ ਇਹਨਾਂ ਦੇ ਲੈਟਰ ਆਏ ਨੇ ਬਾਬਾ ਜੀ ਉਹ ਤੋਂ ਅੰਮ੍ਰਿਤਸਰ ਆ ਗਏ ਨੇ ਇਹਨਾਂ ਦੇ ਜਿਹੜੇ ਦੋ ਮੈਂਬਰ ਤੁਸੀਂ ਨਵੇਂ ਬਣਾਏ ਸੀ ਹਾਂ ਉਹਨਾਂ ਦਾ ਅਪਰੂਵਲ ਆਇਆ ਉਹਨਾਂ ਦਾ ਅਪਰੂਵਲ ਆਇਆ ਉੱਥੋਂ ਬਾਬਾ ਜੀ ਅਪਰੂਵਲ ਵਾਸਤੇ ਆਪ ਜੀ ਨੂੰ ਭੇਜਿਆ ਸੀ ਹਾਂਜੀ ਪਰ ਤੇ ਇਹਦੀ ਕਿਤੇ ਇਹ ਤੇ ਆਪਨੇ ਡਿਸੀਜਨ ਲੈ ਲਿਆ ਬਾਬਾ ਜੀ ਇਹਨਾਂ ਘੱਟੋ ਵਰਕਿੰਗ ਦੀ ਮੀਟਿੰਗ ਬੁਲਾ ਕੇ ਉਹਦੇ ਡਿਸੀਜਨ ਲੈਣਾ ਚਾਹੀਦਾ ਹੈ ਕਿ ਭਈ ਕੌਣ ਮੈਂਬਰ ਬਣਨਗੇ ਔਰ ਕੌਣ ਨਹੀਂ ਇੱਕ ਗੱਲ ਐਦਾਂ ਹੈਗੀ ਹੈ ਛਾਬੜਾ ਜੀ ਕਿ ਇੱਕ ਆਪਣੇ ਉੱਤੇ ਇਸ ਗੱਲ ਦਾ ਵੀ ਬਹੁਤ ਵੱਡਾ ਪ੍ਰੈਸ਼ਰ ਹੈਗਾ ਕਿ ਚੁਣਾਵ ਤੁਸੀਂ ਟਾਈਮਲੀ ਕਰਾਣੇ ਨਹੀਂ ਟਾਈਮਲੀ ਪਰ ਉਹਦਾ ਕੋਈ ਸਮੇਂ ਸੀਮਾ ਤਾਂ ਹੁੰਦੀ ਹੈ ਪ੍ਰੋਸੀਜਰ ਤੋਂ ਥੋੜੀ ਤੇ ਇਹ ਕਿਉਂਕਿ ਡੇਟ ਆਪਾਂ ਪਹਿਲਾਂ ਹੀ ਡਿਸਾਈਡ ਕਰਕੇ ਵੀ ਬੈਠੇ ਆ ਔਰ ਇੱਥੇ ਬਾਅਦ ਦੇ ਵਿੱਚ ਆ ਕੇ ਬੈਠੇ ਆ वैसे वो लीगली बाबा जी लीगल प्रोसेस से जो है ਜਦ ਮੈਨੂੰ ਇਸ ਗੱਲ ਦਾ ਪਤਾ ਹੀ ਨਹੀਂ ਹੈ ਕਿ ਆਪਣੀ ਕੀ ਤਿਆਰੀ ਹੈ ਕੀ ਅਪਡੇਟ ਹੈਗੀ ਹੈ ਬਾਬਾ ਜੀ ਲੀਗਲੀ ਚੁਣਾਵ ਡਿਸਾਈਡਡ ਬਾਬਾ ਜੀ ਨੇ ਲੀਗਲ ਜੋ ਸਾਡਾ ਬਾਇਲਾਸ ਕਹਿੰਦਾ ਗੁਰੂ ਸਿੰਘ ਸਭਾ ਦਾ ਉਹ ਇਹ ਹੁੰਦਾ ਹੈ ਕਿ ਕਮੇਟੀ ਜੋ ਇਹਨਾਂ ਦੀ ਕਮੇਟੀ ਹੈ ਉਹ ਚੁਣਾਵ ਅਧਿਕਾਰੀ ਨਿਯੁਕਤ ਕਰਕੇ ਔਰ ਚੁਣਾਵ ਅਧਿਕਾਰੀ ਸਾਰੇ ਕੰਮ ਕਰੇਗਾ ਉਹ ਵੀ ਡੇਟ ਫਾਈਨਲ ਕਰੇਗਾ ਜਗ੍ਹਾ ਫਾਈਨਲ ਲੇਕਿਨ ਹੋਇਆ ਕਿ ਇਹ ਚੁਣਾਵ ਹੋਏ ਨਹੀਂ ਅਕਾਲ ਤਖਤ ਸਾਹਿਬ ਗਏ ਆ ਤੇ ਉਹਨਾਂ ਡੇਟ ਦੇ ਦਿੱਤੀ 18 ਤਰੀਕ ਨੂੰ ਸਾਨੂੰ ਚਿੱਠੀ ਮਿਲ ਰਹੀ ਹੈ ਹਾਂਜੀ और 20 तारीख लास्ट डेट फॉर्म दी पहले डिसाइडेड है आप ना बाबा जी वो तो फिर तो हो सकती है बाबा जी चिट्ठी लिख दो कि चीजें इम्पॉसिबल इसे करके मैं फार्म जेडे लेने ना ठीक है ਉਹਦੇ ਵਿੱਚ मैं इन्वॉल्व नहीं करा रहा लेकिन मैं फार्म लेने कंटिन्यू करा देते हैं कि ਉੱਤੇ ਕੋਈ ਵੀ ਰਿਸੀਵ ਕਰਾ ਸਕਦਾ ਹੈਗਾ ਤੇ ਉਹ ਅਸੀਂ ਦੇਖ ਰਹੇ ਹੈਗੇ ਤੇ ਉਹਨੂੰ ਕਰਕੇ ਨੋਟੀਫਿਕੇਸ਼ਨ ਜਾਰੀ ਕਰ ਦਿੰਨੇ ਆ ਕਿ ਉਹਨਾਂ ਪ੍ਰੋਸੀਜਰ ਜਿਹੜਾ ਫਾਰਮ ਵਾਲਾ ਜਿਹੜਾ ਪੇਪਰ ਵਰਕ ਹੈਗਾ ਉਹ ਤੁਹਾਨੂੰ ਤੱਕ ਮੈਸੇਜ ਆ ਜਾਵੇ ਲੀਗਲ ਬੈਠ ਕੇ ਇੱਕ ਮੈਂਬਰ ਦੀ ਪੂਰੀ ਲਿਸਟ ਵੀ ਚੈੱਕ ਕਰਾਂਗੇ ਆਗੇ ਦੇਖਾਂਗੇ ਉਹ ਆਧਾਰ ਕਾਰਡ ਤੋਂ ਕਨੈਕਟ ਹੋਇਆ ਜਾਂ ਨਹੀਂ ਹੋਇਆ ਪੁਰਾਣੇ ਕੋਲ ਨਵੇਂ ਕੋਲ ਪਹਿਲਾਂ ਫਰਜ਼ੀ ਵੋਟ ਵੀ ਕਾਫੀ ਬਣੇ ਹੋਏ ਹੈਗੇ ਅਸੀਂ ਉਹ ਸਭ ਬਾਹਰ ਕਰਵਾਉਣਾ ਚਾਹੁੰਦੇ ਹਾਂ ਇੱਕ ਵੋਟ ਬਾਬਾ ਜੀ ਹੱਥ ਜੋੜ ਕੇ ਬੇਨਤੀ ਹੈ ਚੁਣਾਵ ਅਧਿਕਾਰੀ ਮਹੋਦय ਅਸੀਂ ਇੱਕ ਚੀਜ਼ ਨੂੰ ਚੈੱਕ ਕਰਾਂਗੇ ਉਸ ਤੋਂ ਬਾਅਦ ਹੀ ਅੱਗੇ ਤੁਸੀਂ ਆਪਣਾ ਪ੍ਰੋਸੀਜਰ ਕਰੋ ਜੀ ਨਹੀਂ ਪੁਰਾਣੇ ਨਾਲ ਕੁਝ ਵੀ ਨਹੀਂ ਹੋਗਾ ਕਿਉਂਕਿ ਪੁਰਾਣੇ ਦੇ ਨਾਲ ਆਧਾਰ ਕਾਰਡ ਅਪਡੇਟ ਨਹੀਂ ਹੈਗਾ ਇਸ ਕਰਕੇ ਪੁਰਾਣੇ ਦੇ ਨਾਲ ਨਹੀਂ ਤਾਂ ਫਿਰ ਐਕਨ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ ਉਹ ਤੁਹਾਨੂੰ ਹੁਣ ਮੈਂ ਜਾਣਕਾਰੀ ਦੇ ਰਿਹਾ ਨਾ 11,800 ਤੋਂ 12 अपन क्लियर आ कि ਉਹਨਾਂ ਦਾ ਕੋਈ ਵੋਟਰ ਉਹ ਲਿਸਟ ਵਿੱਚ ਨਹੀਂ ਰਹਿੰਦੇ ਤੇ 2012 ਦੇ ਚੁਣਾਵ ਦੀ ਲਿਸਟ ਹੈ 2012 ਦੀ ਚੁਣਾਵ ਦੀ ਲਿਸਟ ਦੇ ਨਾਲ ਆਧਾਰ ਕਾਰਡ ਅਪਡੇਟਡ ਨਹੀਂ ਹੈਗੇ ਇਸ ਕਰਕੇ ਉਸ ਨੂੰ ਉਹ ਲਿਸਟ ਨੂੰ ਇਹਦੇ ਵਿੱਚ ਸ਼ਾਮਿਲ ਨਹੀਂ ਕੀਤਾ ਜਾ ਰਿਹਾ ਔਰ ਜਿਹੜੀ ਨਵੀਂ ਲਿਸਟ ਹੈਗੀ ਹੈ ਬਾਬਾ ਜੀ ਆਪ ਜੀ ਨੇ ਮੈਦਾਨ ਤੱਕ ਦਾ ਪਤਾ ਕਰ ਲਿਆ
ਕਿਉਂਕਿ ਇਹਦੇ ਵਿੱਚ ਸਾਰੀ ਧਾਂਦਲੀਆਂ ਬਾਬਾ ਜੀ ਇਹਦੇ ਵਿੱਚ ਹੀ ਹੋਣੀ ਹੈ, ਕਿਉਂਕਿ ਦਾਸ ਵੀ ਪਹਿਲਾਂ ਪਾਲਿਸੀ ਕਰ ਰਹਿੰਦਾ ਸੀ, ਹੁਣ ਖੰਡਵਾ ਰੋਡ ਟੁੱਟ ਗਿਆ, ਅਜੇ ਸਾਡੇ ਕੋਲ ਨਵੇਂ ਫਾਰਮ ਵੀ ਭਰਾ ਲੈਣੇ, ਪੁਰਾਣਾ ਵੀ ਵੋਟਰ ਆ, ਤਾਂ ਸਭ ਗੜਬੜ ਕੰਮ। ਕਿਉਂਕਿ ਇਹ ਜਦ ਆਪਣਾ ਡਿਸਾਈਡਡ ਹੈਗਾ ਕਿ ਆਧਾਰ ਕਾਰਡ ਨਾਲ ਵੋਟ ਪੈਣੇ, ਤੇ ਫਿਰ ਉਹਦੇ ਵਿੱਚ ਜਦ ਆਧਾਰ ਕਾਰਡ ਨੰਬਰ ਹੈ ਹੀ ਨਹੀਂ, ਤੇ ਉਹਨਾਂ ਨੂੰ ਇੱਧਰ ਦਾ ਉੱਧਰ ਕਰਨ ਦਾ ਮਤਲਬ ਕੀ ਰਹੇਗਾ? ਨਹੀਂ ਸਹੀ ਗੱਲ ਉਹਦੇ ਵਿੱਚ ਜੋ ਅਪਡੇਟ ਕੀਤੇ ਨੇ ਉਹਨਾਂ ਤੋਂ ਸ਼ਾਮਿਲ ਨਹੀਂ ਕੀਤਾ ਜਾਏਗਾ ਕਿ ਨਾ ਪਰਿਵਾਰ 1000 ਜਾਂ 2000 ਜੋ ਵੀ ਵੋਟਰ ਨੇ ਉਹਨਾਂ ਦਾ ਆਧਾਰ ਕਾਰਡ ਪਰਿਵਾਰ ਅਪਡੇਟ ਕਰਾ ਲਿੱਤੇ ਹੋਣ तो ਉਹਨਾਂ ਦਾ ਫਿਰ ਕੀ 11800 ਵੋਟ ਕਲੀਅਰ ਗੱਲ ਹੈ, ठीक है 11800 पूरा खत्म। ਉਹ ਐਕਟਿਵ ਨਹੀਂ ਹੈ, 11000 ਕੁਛ ਹੈਗਾ, वो मतलब जितने भी नहीं हो क्लियर कर रहे हैं। अगर कोई 200-300 फॉर्म आएंगे तो वो भी ਉਹਦੇ ਵਿੱਚ ਐਡ ਕੀਤੇ ਜਾਣਗੇ, ਲੇਕਿਨ ਨਵੇਂ ਵਾਲੇ ਕੀਤੇ ਜਾਣਗੇ, ਨਾ ਕਿ ਪੁਰਾਣੇ ਕੀਤੇ ਜਾਣਗੇ। नहीं पुराने जो आग रहे हैं ਇਹਨਾਂ ਨਾ ਆਧਾਰ ਕਾਰਡ ਅਪਡੇਟ ਕਰ ਦਿੱਤੇ ਹੋਣ तो ਉਹਨਾਂ ਨੂੰ ਮਾन्य ਕੀਤਾ ਜਾਵੇਗਾ ਕਿ ਉਹ ਪੂਰੇ 11800 ਪੂਰੇ ਕੈਂਸਲ ਹੋਣਗੇ, ਜੋ ਵੀ ਉਹ 800 ਜਾਂ 700 ਜੋ ਵੀ ਹੋਣਗੇ। ਆਪਾਂ ਉਹਦੇ ਵਿੱਚ ਜਾ ਰਹੇ ਹਾਂ, ਜਦ ਕਹਿ ਦਿੱਤਾ ਕਿ ਨਵੇਂ ਬਾਬਾ ਜੀ ਇੱਕ ਫੋਟੋ ਹੈ ਗਿਆਪਨ ਲੈਂਦੇ ਵੀਰ ਜੀ। ये क्लियर कर दिया ना, बोले सोने धन्यवाद आप जी ने। अरे सिद्धा ने कर लो कोई नहीं करा लेना, रिसीव करा लेना। ओके वाहिगुरू जी का खालसा।